Hi, welcome back to Econline Academy. This is part 3 of the video series ਜਿਹਦੇ ਵਿੱਚ ਆਪਾਂ ਸੋਲਵ ਕਰ ਰਹੇ ਹਾਂ 2016 ਦਾ ਕੁਐਸਚਨ ਪੇਪਰ। 51st question is the accelerator assumes accelerator ਕੀ assume ਕਰਦਾ ਹੈ constant MSC, constant multiplier, constant relationship between net investment and the rate of change of output। ਤਾਂ ਸਹੀ ਆਨਸਰ ਹੋਣਾ ਆਪਸ਼ਨ ਨੰਬਰ C, constant relationship between net investment and change of output। 52 is an outward shift in marginal efficiency of capital। marginal efficiency of capital अगर rightward shift ਹੋਈ ਹੈ ਤਾਂ ਉਸ ਦੇ ਨਾਲ ਕੀ ਹੋਊਗਾ, ਇਨਵੈਸਟਮੈਂਟ ਇਨਕਰੀਜ਼ ਹੋਊਗੀ। ਇਨਵੈਸਟਮੈਂਟ ਇਨਕਰੀਜ਼ ਹੋਣ ਦੇ ਨਾਲ ਐਗਰੀਗੇਟ ਡਿਮਾਂਡ ਜਿਹੜੀ ਹੈਗੀ ਸਾਡੀ ਉਹ ਇਨਕਰੀਜ਼ ਹੋਊਗੀ। ਤਾਂ ਇਹ ਸਹੀ ਆਨਸਰ ਆਏਗਾ ਆਪਸ਼ਨ ਨੰਬਰ A। ਦੈਨ ਵੀ ਹੈਵ ਐਨ ਇਨਕਰੀਜ਼ ਇਨ ਇਨਵੈਸਟਮੈਂਟ ਲੀਡ ਟੂ, ਅਗਰ ਆਪਾਂ ਇਨਵੈਸਟਮੈਂਟ ਦੇ ਵਿੱਚ ਇਨਕਰੀਜ਼ ਕਰੀਏ ਤੇ ਉਹ ਇਨਵੈਸਟਮੈਂਟ ਅੱਗੇ ਜਾ ਕੇ ਨੈਸ਼ਨਲ ਇਨਕਮ ਨੂੰ ਇਨਕਰੀਜ਼ ਕਰੇ ਤਾਂ ਆਪਾਂ ਉਹਨੂੰ ਕੀ ਕਹਿੰਦੇ ਆ, ਆਪਾਂ ਉਹਨੂੰ ਕਹਿੰਦੇ ਆ ਮਲਟੀਪਲਾਇਰ। ਅਗਰ ਇਹ ਉਲਟਾ ਹੋਵੇ ਮਤਲਬ ਨੈਸ਼ਨਲ ਇਨਕਮ ਇਨਕਰੀਜ਼ ਕਰੇ ਇਨਵੈਸਟਮੈਂਟ ਨੂੰ, ਉਹਨੂੰ ਆਪਾਂ ਬੋਲਾਂਗੇ ਐਕਸਲਰੇਟਰ। ਓਕੇ, ਤਾਂ ਇਹ ਡਿਫਰੈਂਸ ਹੈ ਦੋਨਾਂ ਦੇ ਵਿੱਚ, ਐਕਸਲਰੇਟਰ ਤੇ ਮਲਟੀਪਲਾਇਰ ਦੇ ਵਿੱਚ। 54th is an increase in money supply in ISLM model। ISLM model ਬਣਾਵਾਂਗੇ। this is IS curve, this is LM, sorry ਇੱਥੇ ਆਏਗਾ ਰੇਟ ਆਫ ਇੰਟਰਸਟ ਤੇ ਨੀਚੇ ਆਏਗੀ ਸਾਡੀ ਇਨਕਮ। ਮਨੀ ਸਪਲਾਈ ਇਨਕਰੀਜ਼ ਹੋ ਰਹੀ ਹੈ, ਇਹਦਾ ਮਤਲਬ ਕੀ ਹੈ ਕਿ LM ਕਰਵ ਜਿਹੜੀ ਹੈਗੀ ਸਾਡੀ ਉਹ ਰਾਈਟਵਰਡ ਸ਼ਿਫਟ ਕਰ ਗਈ। ਅਗਰ ਉਹ ਰਾਈਟਵਰਡ ਸ਼ਿਫਟ ਕਰ ਗਈ ਤਾਂ ਕੀ ਚੇਂਜਸ ਆਏਗਾ, R ਜਿਹੜਾ ਹੈਗਾ ਸਾਡਾ ਉਹ ਡਿਕਰੀਜ਼ ਹੋ ਗਿਆ, ਸਿਮਿਲਰਲੀ ਇਨਕਮ ਜਿਹੜੀ ਹੈਗੀ ਸਾਡੀ ਇਨਕਰੀਜ਼ ਹੋ ਗਈ। shift LM curve downward, increase income, reduce interest rate, all of the above। ਤਾਂ ਇਹਦੇ ਵਿੱਚ ਸਾਰੇ ਜਿਹੜੇ ਹੈਗੇ ਸਾਡੇ ਸਹੀ ਹੈ। ਓਕੇ, decrease in taxes in ISLM model। ਅਗਰ ISLM model ਦੇ ਵਿੱਚ this is ISLM model ਦੇ ਵਿੱਚ ਟੈਕਸਿਸ ਨੂੰ ਡਿਕਰੀਜ਼ ਕਰਨਾ ਹੈ। ਟੈਕਸਿਸ ਨੂੰ ਡਿਕਰੀਜ਼ ਕਰਨ ਦਾ ਮਤਲਬ ਕਿ IS ਕਰਵ ਨੂੰ ਰਾਈਟਵਰਡ ਸ਼ਿਫਟ ਕਰਨਾ ਹੈ। ਓਕੇ, IS ਕਰਵ ਨੂੰ ਰਾਈਟਵਰਡ ਸ਼ਿਫਟ ਕਰਨਾ ਹੈ। ਤਾਂ ਸਹੀ ਪਹਿਲਾ ਆਪਸ਼ਨ ਜਿਹੜਾ ਹੈਗਾ ਸਾਡਾ ਸਹੀ ਹੋ ਜਾਊਗਾ। ਡਿਕਰੀਜ਼ ਇਨ ਇਨਕਮ ਨੋ, ਡਿਕਰੀਜ਼ ਇਨ ਇੰਟਰਸਟ ਰੇਟ ਨੋ, ਆਲ ਆਫ ਦ ਅਬਵ ਨੋ। 56 ਇਜ਼ ਵਿਚ ਆਫ ਦ ਫੋਲੋਇੰਗ ਇਜ਼ ਟਰੂ ਵਿਦ ਫਿਜ਼ੀਕਲ ਐਕਸਪੈਂਸ਼ਨ। ਫਿਜ਼ੀਕਲ ਐਕਸਪੈਂਸ਼ਨ ਦਾ ਬੱਚੇ ਮਤਲਬ ਹੁੰਦਾ ਹੈ ਕਿ ਟੈਕਸਿਸ ਨੂੰ ਰਿਡਿਊਸ ਕਰਨਾ ਜਾਂ ਫਿਰ ਐਕਸਪੈਂਡੀਚਰ ਨੂੰ ਇਨਕਰੀਜ਼ ਕਰਨਾ। ਓਕੇ, ਤਾਂ ਇਨਕਰੀਜ਼ ਇਨ ਟੈਕਸਿਸ ਨਹੀਂ, ਇਨਕਰੀਜ਼ ਇਨ ਗਵਰਨਮੈਂਟ ਪਰਚੇਜ਼ਿਸ ਹਾਂ ਇਹ ਹੋ ਸਕਦਾ। ਸ਼ਿਫਟ ਐਗਰੀਗੇਟ ਡਿਮਾਂਡ ਟੂ ਲੈਫਟ, ਲੈਫਟ ਨੂੰ ਕਰਾਂਗੇ ਤਾਂ ਡਿਕਰੀਜ਼ ਹੋਊਗੀ। ਸ਼ਿਫਟ ਐਰੀਅਸ ਕਰਵ ਟੂ ਲੈਫਟ ਤਾਂ ਇਹ ਵੀ ਡਿਕਰੀਜ਼ ਹੋਊਗੀ। ਸਹੀ ਆਪਸ਼ਨ ਹੈ ਸਾਡਾ ਆਪਸ਼ਨ ਨੰਬਰ B। 57th is who among the following is not a new classical economist। ਤਾਂ ਨਿਊ ਕਲਾਸੀਕਲ ਇਕੋਨੋਮਿਸਟ ਦੀ ਗੱਲ ਕੀਤੀ ਹੈ। ਨਿਊ ਕਲਾਸੀਕਲ ਇਕੋਨੋਮਿਸਟ ਕਿਹੜੇ ਸੀਗੇ, ਜਿਹੜੇ ਰੈਸ਼ਨਲ ਐਕਸਪੈਕਟੇਸ਼ਨ ਹਾਈਪੋਥੇਸਿਸ ਜਿਨ੍ਹਾਂ ਨੇ ਦਿੱਤੇ ਸੀਗੇ, ਰੈਸ਼ਨਲ ਐਕਸਪੈਕਟੇਸ਼ਨ ਹਾਈਪੋਥੇਸਿਸ ਜਿਨ੍ਹਾਂ ਨੇ ਦਿੱਤੇ ਸੀਗੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਨਿਊ ਕਲਾਸੀਕਲ ਇਕੋਨੋਮਿਸਟ। ਤਾਂ ਇਹਦੇ ਵਿੱਚੋਂ ਸਿਰਫ ਮਿਲਟਨ ਫਰੀਡਮੈਨ ਇਹੋ ਜਿਹੇ ਨੇ ਜਿਹੜੇ ਇਹਨਾਂ ਦਾ ਪਾਰਟ ਨਹੀਂ ਨੇ, ਕਿਉਂਕਿ ਮਿਲਟਨ ਫਰੀਡਮੈਨ ਪਾਰਟ ਹੈ ਜੀ ਮੋਨੇਟਰਿਜ਼ਮ ਦਾ, ਮੋਨੇਟਰਿਸਟ ਕਹਿਲਾਉਂਦੇ ਨੇ ਉਹ, ਇਸ ਕਰਕੇ ਉਹ ਨਿਊ ਕਲਾਸੀਕਲ ਇਕੋਨੋਮਿਸਟ ਦਾ ਪਾਰਟ ਨਹੀਂ ਨੇ। 58th ਇਜ਼ ਆਊਟਪੁੱਟ ਗੈਪ। ਆਊਟਪੁੱਟ ਗੈਪ ਕੀ ਹੁੰਦਾ ਹੈ, ਪੋਟੈਂਸ਼ੀਅਲ GDP ਮਾਈਨਸ ਐਕਚੁਅਲ GDP। ਅਗਰ ਇਹ ਗੈਪ ਪੋਜ਼ੀਟਿਵ ਹੋਵੇ ਤਾਂ ਇਹਦਾ ਮਤਲਬ ਕੀ ਹੈ ਕਿ ਅੰਡਰ ਪਰਫੋਰਮ ਕਰ ਰਹੀ ਹੈ ਸਾਡੀ ਇਕੋਨਮੀ। ਠੀਕ ਹੈ ਜੀ, ਅਗਰ ਪੋਜ਼ੀਟਿਵ ਹੋਵੇ। ਅਗਰ ਇਹ ਨੈਗੇਟਿਵ ਹੋ ਇਹਦਾ ਮਤਲਬ ਕੀ ਹੈ, ਇਨਫਲੇਸ਼ਨ ਆਉਣ ਦੇ ਚਾਂਸਿਸ ਨੇ। ਓਕੇ, ਕਿਉਂਕਿ ਕੇਨਸ ਦੇ ਅਕੋਰਡਿੰਗ ਵਰਟੀਕਲ ਵੀ ਹੁੰਦੀ ਹੈ ਐਗਰੀਗੇਟ ਸਪਲਾਈ ਕਰਵ ਸਾਡੀ। 59th ਇਜ਼ ਫਿਲਿਪ ਕਰਵ ਡਿਸਕ੍ਰਾਈਬ ਦ ਰਿਲੇਸ਼ਨਸ਼ਿਪ ਬਿਟਵੀਨ। ਫਿਲਿਪਸ ਕਰਵ ਜਿਹੜੀ ਹੈਗੀ ਉਹ ਰਿਲੇਸ਼ਨਸ਼ਿਪ ਡਿਸਕ੍ਰਾਈਬ ਕਰਦੀ ਹੈ ਬਿਟਵੀਨ ਰੇਟ ਆਫ ਇੰਟਰਸਟ ਐਂਡ ਰੇਟ ਆਫ ਅਨਇੰਪਲੋਇਮੈਂਟ, ਨਾ ਕਿ ਇੰਪਲੋਇਮੈਂਟ। ਓਕੇ, ਤਾਂ ਇਹ ਸਹੀ ਆਨਸਰ ਹੈ ਆਪਸ਼ਨ ਨੰਬਰ B, ਰੇਟ ਆਫ ਇਨਫਲੇਸ਼ਨ ਐਂਡ ਰੇਟ ਆਫ ਅਨਇੰਪਲੋਇਮੈਂਟ। 60th ਇਜ਼ interaction of goods and asset market jointly determine।
this is R Y, this is our IS curve, this is LM curve ਨੂੰ ਆਪਾਂ ਐਸੈਟ ਮਾਰਕੀਟ ਵੀ ਬੋਲਦੇ ਹਾਂ ਤੇ IS curve ਨੂੰ ਆਪਾਂ ਗੁੱਡਸ ਮਾਰਕੀਟ ਬੋਲਦੇ ਹਾਂ। ਦੋਹੇ ਜਦੋਂ ਇਕੱਠੀਆਂ ਹੀ ਜੁਆਇੰਟਲੀ ਇਕੁਇਲਿਬਰੀਅਮ ਬਣਾਉਂਦੀਆਂ ਨੇ ਉਹ ਕੀ ਤੈਅ ਕਰਦੀਆਂ ਨੇ ਸਾਡੀਆਂ ਰੇਟ ਆਫ ਇੰਟਰਸਟ ਐਂਡ ਇਨਕਮ। ਤਾਂ ਇੰਟਰਸਟ ਰੇਟ ਐਂਡ ਇਨਕਮ ਜਿਹੜਾ ਹੈਗਾ ਸਾਡਾ ਸਹੀ ਹੋ ਜਾਊਗਾ ਆਪਸ਼ਨ ਨੰਬਰ A। If the actual unemployment rate is below the natural rate of unemployment, it would lead to, ਅਗਰ ਸਾਡੀ ਜਿਹੜੀ ਐਕਚੁਅਲ ਅਨਇੰਪਲੋਇਮੈਂਟ ਰੇਟ ਹੈ ਉਹ ਘੱਟ ਹੈ ਨੈਚੁਰਲ ਰੇਟ ਤੋਂ, ਇਹਦਾ ਮਤਲਬ ਕੀ ਹੈ ਜ਼ਿਆਦਾ ਬੰਦੇ ਇੰਪਲੋਇਡ ਹੈ। ਅਗਰ ਜ਼ਿਆਦਾ ਬੰਦੇ ਇੰਪਲੋਇਡ ਹੋਣਗੇ ਤਾਂ ਸਾਡੀਆਂ ਵੇਜਿਸ ਜਿਹੜੀਆਂ ਹੈਗੀਆਂ ਨੋਰਮਲ ਨਾਲ ਤੋਂ ਜ਼ਿਆਦਾ ਹੈ। ਜ਼ਿਆਦਾ ਵੇਜਿਸ ਆਪਾਂ ਦੇਵਾਂਗੇ ਤਾਂ ਉਹਦੇ ਨਾਲ ਕੀ ਆਊਗਾ ਇਨਫਲੇਸ਼ਨ। ਓਕੇ, ਰੇਟ ਆਫ ਇਨਫਲੇਸ਼ਨ ਵੁੱਡ ਇਨਕਰੀਜ਼। ਤਾਂ ਆਪਸ਼ਨ ਨੰਬਰ B ਜਿਹੜਾ ਹੈਗਾ ਸਾਡਾ ਸਹੀ ਆਨਸਰ ਹੈ। 62 is an increase in money supply would lead to, ਮਨੀ ਸਪਲਾਈ ਜਦੋਂ ਆਪਾਂ ਇਨਕਰੀਜ਼ ਕਰਦੇ ਹਾਂ ਤਾਂ ਕੀ ਹੁੰਦਾ ਹੈ, ਜਦੋਂ ਆਪਾਂ ਮਨੀ ਸਪਲਾਈ ਇਨਕਰੀਜ਼ ਕਰਦੇ ਹਾਂ ਇਕੋਨਮੀ ਦੇ ਵਿੱਚ ਉਸ ਵਜ੍ਹਾ ਦੇ ਨਾਲ ਸਾਡੀ ਇੰਟਰਸਟ ਰੇਟ ਘਟਦੇ ਨੇ। ਇੰਟਰਸਟ ਰੇਟ ਘਟਣ ਦੇ ਨਾਲ ਇਨਵੈਸਟਮੈਂਟ ਜਿਹੜੀ ਹੈਗੀ ਉਹ ਵੱਧਦੀ ਹੈ ਅਤੇ ਇਨਕਮ ਜਿਹੜੀ ਹੈਗੀ ਉਹ ਵੀ ਵੱਧਦੀ ਹੈ, ਜਿਹਨੂੰ ਆਪਾਂ ਫਿਜ਼ੀਕਲ ਐਕਸਪੈਂਸ਼ਨ ਕਹਿੰਦੇ ਇੱਕ ਤਰ੍ਹਾਂ ਨਾਲ। ਠੀਕ ਹੈ, ਇਕੋਨਮੀ ਜਿਹੜੀ ਹੈਗੀ ਉਹ ਐਕਸਪੈਂਡ ਕਰਦੀ ਹੈ। ਤਾਂ ਇੰਟਰਸਟ ਰੇਟ ਘਟਣਗੇ, ਇੰਟਰਸਟ ਰੇਟ ਜਿਹੜੇ ਰਾਈਜ਼ ਵਾਲੇ ਉਹ ਆਪਾਂ ਕੱਢ ਦਾਂਗੇ। ਫੋਲ ਵਾਲਾ ਇਹ ਹੈਗਾ ਇਨਵੈਸਟਮੈਂਟ ਟੂ ਰਾਈਜ਼ ਐਂਡ ਐਗਰੀਗੇਟ ਡਿਮਾਂਡ ਟੂ ਰਾਈਜ਼। ਤਾਂ ਆਪਸ਼ਨ ਨੰਬਰ A ਜਿਹੜਾ ਹੈਗਾ ਸਭ ਤੋਂ ਸੂਟੇਬਲ ਆਪਸ਼ਨ ਹੈ, ਇਹ ਸਾਡਾ ਸਹੀ ਆਨਸਰ ਹੈ। 63rd ਇਜ਼ ਦਾ ਟਰਫ ਆਊਗਾ ਇੱਥੇ TROUGH। ਟਰਫ ਇਜ਼ ਇਨ ਬਿਜ਼ਨਸ ਸਾਈਕਲ ਅਕਰਸ ਵੈਨ, ਟਰਫ ਜਿਹੜਾ ਬਿਜ਼ਨਸ ਸਾਈਕਲ ਦੇ ਵਿੱਚ ਕਦੋਂ ਆਉਂਦਾ ਹੈ, ਅਗਰ ਤੁਸੀਂ ਨੀਚੇ ਡਾਇਗਰਾਮ ਨੂੰ ਦੇਖੋਗੇ ਧਿਆਨ ਦੇ ਨਾਲ ਤਾਂ ਟਰਫ ਜਿਹੜਾ ਹੈਗਾ ਲੋਐਸਟ ਪੁਆਇੰਟ ਹੈ ਕਿਸੇ ਬਿਜ਼ਨਸ ਸਾਈਕਲ ਦਾ। ਓਕੇ, ਤਾਂ ਟਰਫ ਕਿੱਥੇ ਆਊਗਾ, ਜਿੱਥੇ ਐਗਰੀਗੇਟ ਇਕੋਨਮਿਕ ਐਕਟੀਵਿਟੀ ਇਜ਼ ਲੋਐਸਟ, ਜਿੱਥੇ ਸਭ ਤੋਂ ਘੱਟ ਇਕਨੋਮਿਕ ਐਕਟੀਵਿਟੀ ਹੋ ਰਹੀ ਹੈ ਉਹ ਕੀ ਹੈ ਸਾਡਾ ਟਰਫ। In the long run, increase in productivity would cause output to dash and aggregate price level to dash। ਆਊਟਪੁੱਟ ਤੇ ਪ੍ਰਾਈਸ ਲੈਵਲ ਦੀ ਗੱਲ ਕਰ ਰਹੇ ਨੇ ਤਾਂ ਇਹਦਾ ਮਤਲਬ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦੀ ਗੱਲ ਹੋ ਰਹੀ ਹੈ। ਪ੍ਰਾਈਸ ਲੈਵਲ ਨੀਚੇ ਵਾਲੇ ਪਾਸੇ ਆਪਾਂ ਲਵਾਂਗੇ ਆਊਟਪੁੱਟ। ਐਗਰੀਗੇਟ ਡਿਮਾਂਡ ਜਿਹੜੀ ਹੈਗੀ ਹੈ ਕਲਾਸੀਕਲ ਹੋਵੇ ਚਾਹੇ ਕੇਨਜ਼ੀਅਨ ਹੋਵੇ, ਦੋਹੇ ਕੇਸ ਇਵੇਂ ਦੀ ਨੇ। ਇਨ ਦਾ ਲੌਂਗ ਰਨ ਇਨਕਰੀਜ਼ ਇਨ ਪ੍ਰੋਡਕਟੀਵਿਟੀ ਵੁੱਡ ਕੋਸ ਆਊਟਪੁੱਟ ਟੂ, ਆਊਟਪੁੱਟ ਜਿਹੜਾ ਹੈਗਾ ਅਗਰ ਆਪਾਂ ਐਗਰੀਗੇਟ ਸਪਲਾਈ ਇਸ ਤਰ੍ਹਾਂ ਦੀ ਲੈ ਕੇ ਵੀ ਚੱਲਦੇ ਹਾਂ, ਕਲਾਸੀਕਲ ਦਾ ਕੇਸ ਲੈ ਕੇ ਚੱਲਦੇ ਹਾਂ ਤਾਂ ਐਗਰੀਗੇਟ ਪ੍ਰੋਡਕਟੀਵਿਟੀ ਜਿਹੜੀ ਹੈਗੀ ਉਹ ਐਗਰੀਗੇਟ ਸਪਲਾਈ ਨੂੰ ਸਾਡੀ ਵਧਾ ਦੂਗੀ। ਰਾਈਟ, ਐਗਰੀਗੇਟ ਸਪਲਾਈ ਨੂੰ ਇਨਕਰੀਜ਼ ਕਰ ਦੂਗੀ, ਜਿਹਦੇ ਕਰਕੇ ਕੀ ਹੋਣਾ ਕਿ ਸਾਡਾ ਪ੍ਰਾਈਸ ਲੈਵਲ P' ਤੋਂ ਲੈ ਕੇ P" ਗਿਰ ਜਾਣਾ। ਓਕੇ, ਪ੍ਰਾਈਸ ਲੈਵਲ ਗਿਰ ਜਾਣਾ ਅਤੇ ਆਊਟਪੁੱਟ ਜਿਹੜੀ ਹੈਗੀ ਆ ਉਹ ਇਨਕਰੀਜ਼ ਹੋ ਜਾਣੀ। ਤਾਂ ਆਊਟਪੁੱਟ ਟੂ ਰਾਈਜ਼, ਪ੍ਰਾਈਸ ਲੈਵਲ ਟੂ ਫੋਲ। ਆਪਸ਼ਨ ਨੰਬਰ C ਸਾਡੇ ਕੋਲ ਜਿਹੜਾ ਹੈਗਾ ਸਹੀ ਆਨਸਰ ਹੈ। ਸਟੈਗਫਲੇਸ਼ਨ ਅਕਰਸ ਵੈਨ, ਸਟੈਗਫਲੇਸ਼ਨ ਕੀ ਹੁੰਦੀ ਹੈ, ਜਦੋਂ ਪ੍ਰਾਈਸ ਲੈਵਲ ਵੀ ਵੱਧ ਰਿਹਾ ਹੋਵੇ ਤੁਹਾਡਾ ਅਤੇ GDP ਜਿਹੜੀ ਹੈਗੀ ਹੈ ਉਹਦੀ ਦਰ ਜਿਹੜੀ ਹੈਗੀ ਉਹ ਘੱਟ ਰਹੀ ਹੈ, ਮਤਲਬ ਆਪਾਂ ਰਿਸੈਸ਼ਨ 'ਚ ਘੁੰਮ ਰਹੇ ਹਾਂ। ਓਕੇ, ਤਾਂ ਪ੍ਰਾਈਸ ਲੈਵਲ ਜਿਹੜਾ ਹੈਗਾ ਇਨਕਰੀਜ਼ਿਸ ਐਂਡ ਰੀਅਲ GDP ਡਿਕਰੀਜ਼ਿਸ। ਆਪਸ਼ਨ ਨੰਬਰ 1 ਜਿਹੜਾ ਹੈਗਾ ਉਹ ਸਭ ਤੋਂ ਸਹੀ ਆਨਸਰ ਹੈ। 66 is in the long run a reduction in labor supply would cause output to dash and aggregate price lead to dash। same question है जी, aggregate demand aggregate supply वाला, this is price level, x axis से मैं लाऊंगा output, रिडक्शन इन लेबर सप्लाई। ਹੁਣ ਲੇਬਰ ਸਪਲਾਈ ਜਿਹੜੀ ਹੈਗੀ ਉਹ ਘੱਟ ਹੋ ਰਹੀ ਹੈ ਤਾਂ ਇਹਦਾ ਮਤਲਬ ਐਗਰੀਗੇਟ ਸਪਲਾਈ ਜਿਹੜੀ ਹੈਗੀ ਉਹ ਮੇਰੀ ਕਿੱਧਰ ਮੂਵ ਕਰੂੰਗੀ ਲੈਫਟਵਰਡ AS2। ਅਗਰ ਉਹ ਲੈਫਟਵਰਡ ਮੂਵ ਕਰ ਰਹੀ ਹੈ ਤਾਂ ਇਹਦਾ ਮਤਲਬ ਪ੍ਰਾਈਸ ਵੱਧ ਰਿਹਾ ਅਤੇ ਕੁਆਂਟਿਟੀ ਘਟ ਰਹੀ ਹੈ। ਹੁਣ ਐਗਰੀਗੇਟ ਆਊਟਪੁੱਟ ਕੀ ਹੈ, ਘਟੂਗਾ ਫੋਲ ਅਤੇ ਪ੍ਰਾਈਸ ਵਧੂਗਾ ਫੋਲ ਅਤੇ ਰਾਈਜ਼ ਵਾਲਾ ਜਿਹੜਾ ਹੈਗਾ ਆਪਸ਼ਨ ਨੰਬਰ B ਸਾਡਾ ਸਹੀ ਆਨਸਰ ਹੈ। 67th ਕੇਨਜ਼ੀਅਨ ਐਗਰੀਗੇਟ ਸਪਲਾਈ ਕਰਵ ਕਿਵੇਂ ਦੀ ਹੁੰਦੀ ਹੈ ਜੀ। ਕੇਨਜ਼ੀਅਨ ਦੀ ਕਰਵ ਬਣਾਉਂਦੇ ਹਾਂ, ਪਹਿਲੇ ਕਲਾਸੀਕਲ ਦਾ ਬਣਾਉਣਾ ਮੈਂ ਤਾਂ ਕਿ ਕੰਪੈਰੀਜ਼ਨ ਵੀ ਕਰ ਸਕੀਏ ਆਪਾਂ। ਪਹਿਲੀ ਜਿਹੜੀ ਕਰਵ ਹੈ ਸਾਡੀ ਕਲਾਸੀਕਲ ਕੇਸ ਹੈ, ਦੂਜਾ ਜਿਹੜਾ ਹੈਗਾ ਉਹ ਸਾਡਾ ਕੇਨਜ਼ੀਅਨ ਕੇਸ ਹੈ। ਕਲਾਸੀਕਲ ਦੇ ਕੇਸ ਦੇ ਵਿੱਚ
ਐਗਰੀਗੇਟਸ याद रखियो एग्रीगेट्स डिमांड जिहड़ी हैगी दोनों के केस दे विच एवें दी है, पर एग्रीगेट सप्लाई क्लासिकल के केस दे विच वर्टिकल है। केस के केस दे विच वो पहले होरिजोनटल हुंदी है, फिर वो वर्टिकल हो जाती है। ओके, यस वर्टिकल की होंगी है क्योंकि पोटेंशियल GDP ते आ गई है अपनी, उस तो उपर अगर वो वधूगी तो फिर वो इन्फ्लेशन ही वधाऊगी सीधी। इस करके बोथ A एंड B जिहड़ा हैगा साडा राइट आंसर है, वो वर्टिकल भी है तो होरिजोनटल भी है। मनी इज़ न्यूट्रल, मनी न्यूट्रैलिटी का जिहड़ा कॉन्सैप्ट है वो की कहंदा सानू कि रियल चेंजिस अगर आप इकोनॉमी करांगे तो उहदे नाल की इफैक्ट होऊगा, रियल वेरीएबल जिवें साडा आउटपुट इंप्लॉयमेंट वगैरह है ना, वो रियल वेरीएबल दे विच चेंजिस सानू देखने को मिलूंगी। अगर आप मॉनेटरी चेंजिस करते हैं इकोनॉमी दे विच तो उसकी वजह के नाल की होगा, नॉमीनल वेरीएबल जिहड़े हैगे सिर्फ वही चेंज होणगे, जिवें कि प्राइस लैवल। तो सही आंसर आएगा मनी इज़ न्यूट्रल वैन द चेंजिज इन मनी स्टॉक लीड टू चेंज इन ओनली प्राइस लैवल। उसदे नाल आउटपुट भी नहीं वधूगी, इंप्लॉयमेंट भी नहीं वधूगी तो इंटरस्ट रेट भी नहीं वधूगा। ओके, तो सही आंसर ऑप्शन नंबर बी। 69th इज द कॉम्बीनेशन ऑफ वेज पुश बाय वर्कर एंड गवर्नमेंट कमिटमेंट टू हाई इंप्लॉयमेंट लीड टू। अगर मान लो आप वर्कर्स की की करता वेजिज ਵਧਾਤੀਆਂ, वेजिज ਵਧਾਤੀਆਂ तो वो की कॉस्ट मेरा वधूगा, प्रोडक्शन का कॉस्ट वधूगा तो इन्फ्लेशन वधूगी। ओके, इनू आप कहने कॉस्ट पुश इन्फ्लेशन। सिमिलरली गवर्नमेंट ने कमिट किया अगर हाई इंप्लॉयमेंट तो यदा मतलब ज़्यादा वेजिज होनी इकोनॉमी के विच, ज़्यादा कॉस्ट होगा तो ज़्यादा इन्फ्लेशन। तो सही आंसर आऊँगा कॉस्ट पुश इन्फ्लेशन, ऑप्शन नंबर बी। 70s हु अमंग द फॉलोइंग इज़ रिगार्डेड एज द फादर ऑफ मैक्रो इकोनॉमिक्स। काफ़ी ईजी है जी, फादर ऑफ मैक्रो इकोनॉमिक्स है जी जॉन मैनार्ड केन्स। 71 इज़ द रिडक्शन इन इन्वेस्टमेंट विद एक्सपेंशनरी फिजिकल पॉलिसी इज़ कॉल्ड। हुण इन्वेस्टमेंट मान लो कि इकोनॉमी च आपां वधा रहे हैं, गवर्नमेंट ने की किया इन्वेस्टमेंट वधाती, जिवें अजकल मोदी सरकार जिहड़ी हैगी है इन्वेस्टमेंट तो काफ़ी इनक्रीज़ कर रही है ना, पैसा लगा रही है। हुण वो इन्वेस्टमेंट जिहड़ी हैगी है वो किसी ना किसी सेविंग चो आ रही है, राइट। अगर वो किसी सेविंग चो आ रही है तो इसका मतलब अगर आप गवर्नमेंट इन्वेस्टमेंट वधाती तो प्राइवेट इन्वेस्टमेंट जिहड़ी होनी सी वो घट गई, क्योंकि सेविंग तो सेम है, ठीक है, सेविंग थोड़ी वधी है। तो प्राइवेट इन्वेस्टमेंट का घटना आपां उहनूं बोलते हैं क्राउडिंग आउट इफैक्ट। ऑप्शन नंबर बी साडा सही आंसर है। 72nd इज़ कोस्ट पुश इन्फ्लेशन इज़ ड्यू टू। कोस्ट पुश इन्फ्लेशन किहदे करके हुंदी है, कोस्ट वधन करके हुंदी है। हुण कोस्ट किद्दां वध सकदा जी, ऑप्शन नंबर ए एग्जोजीनियस इवेंट। एग्जोजीनियस इवेंट मतलब जिहड़े बाहर तो चीज़ां इफैक्ट कर रही ने, ठीक। शोक टू एग्रीगेट डिमांड नहीं, एग्रीगेट डिमांड दे विच जो शोक आंदा इहनूं आपां बोलदे आ डिमांड पुल इन्फ्लेशन। सीज शोक टू एग्रीगेट सप्लाई। एग्रीगेट सप्लाई जो लैफ्टवर्ड शिफ्ट करती है साडी, मान लो एग्रीगेट सप्लाई है, एग्रीगेट डिमांड है, जो एग्रीगेट सप्लाई जी हैगी लैफ्टवर्ड शिफ्ट करती है उदों प्राइस लैवल जो वधदा उन्होंने आपां बोलते हैं कोस्ट पुश इन्फ्लेशन। हुण लैफ्ट जिहड़ी हैगी वो किसी भी कारण करके शिफ्ट कर सकती है। ओके, तो सही आंसर है ऑप्शन नंबर सी। 73rd इज़ डिसइन्फ्लेशन इज़। डिसइन्फ्लेशन की होंदी है, दो कॉन्सैप्ट है जिन्हां विच काफ़ी कन्फ्यूजन रहिंदी है, डिसइन्फ्लेशन ते डीफ्लेशन। डीफ्लेशन का मतलब होंदा नैगेटिव प्राइजिस, डिसइन्फ्लेशन का मतलब होंदा रिडक्शन इन इन्फ्लेशन। इन्फ्लेशन जो घट, इन्फ्लेशन बढ़न की रफ्तार जो घटदी है आपां बोलते हैं डिसइन्फ्लेशन। जिवें मान लो कि हुण 5% इन्फ्लेशन है, बाद अगर 4% होगी तो आप बोलांगे डिसइन्फ्लेशन होगी, पर जो नैगेटिव दे विच प्राइस जाऊगा उदों आप बोलांगे डीफ्लेशन। 74th क्वेश्चन इज़ विच ऑफ द फॉलोइंग इज़ नॉट ए फीचर ऑफ डिमांड फॉर फैक्टर ऑफ प्रोडक्शन एज़ कंपेयर टू कमोडिटीज़। ये डराइव डिमांड होंदी है, हाँ जी डराइव्ड होंदी है, क्योंकि ये डराइव होंदी है अंडरलाइंग जिहड़ी भी आपां कमोडिटी मार्केट दे विच सैल कर रहे हैं उसकी डिमांड जिन्नी होगी उन्नी ज़्यादा साडी फैक्टर ऑफ प्रोडक्शन की डिमांड होगी। सैकेंड वन इज़ इट इज़ गवर्नड बाय मार्जिनल यूटिलिटी। नहीं, मार्जिनल यूटिलिटी नाल नहीं होंदी है, मार्जिनल प्रोडक्टिविटी का कंसैप्ट आप पढ़ते हैं फैक्टर प्राइजिंग दे विच, उस चीज़ के नाल इहदी जिहड़ी डिमांड है वो इफैक्ट होंदी है मार्जिनल प्रोडक्टिविटी के नाल। इट इज़ जॉइंट और कंबाइंड डिमांड, हाँ जी जॉइंट होंदी है,
मतलब डिमांड फॉर ऑफ लैंड प्लस लेबर प्लस कैपिटल है ना, ਸਾਰੀਆਂ ਨੂੰ ਇਕੱਠੇ ਆਪਾਂ ਡਿਮਾਂਡ ਕਰਦੇ ਹਾਂ। ਇਕੱਲੀ ਆਪਾਂ ਲੈਂਡ ਦੇ ਨਾਲ ਕੁਛ ਨਹੀਂ ਕਰ ਲੈਣਾ ਹੈਗਾ ਜਦ ਤੱਕ ਉਹਦੇ ਉੱਤੇ ਆਪਾਂ ਲੇਬਰ ਅਪਲਾਈ ਨਹੀਂ ਕਰਾਂਗੇ। ਤਾਂ ਇਸ ਕਰਕੇ ਜੁਆਇੰਟ ਜਾਂ ਫਿਰ ਕੰਬਾਈਨਡ ਡਿਮਾਂਡ ਹੁੰਦੀ ਹੈ। ਲਾਸਟ ਵਨ ਇਜ਼ elasticity of demand for a factor of production will depend upon proportion of the cost of factor of production ਜਿਹੜਾ ਆਪਾਂ ਜ਼ਿਆਦਾ ਯੂਜ਼ ਕਰ ਰਹੇ ਹਾਂ। ਓਕੇ, ਅਗਰ ਆਪਾਂ ਲੈਂਡ ਜ਼ਿਆਦਾ ਯੂਜ਼ ਕਰ ਰਹੇ ਹਾਂ ਤਾਂ ਲੈਂਡ ਦਾ ਜਿਹੜਾ ਡਿਮਾਂਡ ਹੈ ਉਹ ਇਨਕਰੀਜ਼ ਹੋ ਜੂਗੀ, ਜਾਂ ਫਿਰ ਆਪਾਂ ਲੇਬਰ ਇੰਟੈਂਸਿਵ ਮੰਨ ਲਓ ਕਿ ਲੇਬਰ ਇੰਟੈਂਸਿਵ ਪ੍ਰੋਡਕਸ਼ਨ ਹੈ ਸਾਡਾ, ਤਾਂ ਲੇਬਰ ਦੀ ਡਿਮਾਂਡ ਇਨਕਰੀਜ਼ ਹੋ ਜੂਗੀ, ਫਿਰ ਲੇਬਰ ਦਾ ਜਿਹੜਾ ਪ੍ਰਾਈਸ ਹੈ ਉਹ ਵੀ ਇਨਕਰੀਜ਼ ਹੋ ਜੂਗਾ। ਤਾਂ ਇਹਦੇ ਵਿੱਚੋਂ ਗਲਤ ਜਿਹੜਾ ਹੈਗਾ, ਜਿਹੜਾ ਫੀਚਰ ਨਹੀਂ ਹੈ ਉਹ ਕੀ ਹੈ? ਆਪਸ਼ਨ ਨੰਬਰ ਬੀ, ਇਟ ਇਜ਼ ਗਵਰਨਡ ਬਾਈ ਮਾਰਜਨਲ ਯੂਟਿਲਿਟੀ ਆਫ ਦਾ ਫੈਕਟਰ। ਇਹ ਜਿਹੜਾ ਹੈਗਾ ਸਾਡਾ ਆਪਸ਼ਨ ਗਲਤ ਹੈ। 75th ਇਜ਼ ਚੂਜ਼ ਦਾ ਇਨਐਪਰੋਪਰੀਏਟ ਅਜ਼ੰਪਸ਼ਨ ਆਫ ਦਾ ਮਾਰਜਨ ਪ੍ਰੋਡਕਟਿਵਿਟੀ ਥਿਓਰੀ। ਮਾਰਜਨ ਪ੍ਰੋਡਕਟਿਵਿਟੀ ਦੀ ਇਨਐਪਰੋਪਰੀਏਟ ਅਜ਼ੰਪਸ਼ਨ ਆਪਾਂ ਚੂਜ਼ ਕਰਦੇ ਹਾਂ। ਪਰਫੈਕਟ ਕੰਪੀਟੀਸ਼ਨ ਇਨ ਦਾ ਮਾਰਕੀਟ ਫॉर ਕਮੋਡਿਟੀ ਐਂਡ ਫੈਕਟਰ ਆਫ ਪ੍ਰੋਡਕਸ਼ਨ। ਯੈਸ, ਅਜ਼ਿਊਮ ਕਰਦੇ ਹਾਂ ਸੌਖਾ ਕਰਨ ਵਾਸਤੇ ਕਿ ਪਰਫੈਕਟ ਕੰਪੀਟੀਸ਼ਨ ਜਿਹੜਾ ਹੈਗਾ ਉਹ ਪ੍ਰੀਵੇਲ ਕਰ ਰਿਹਾ। ਸੈਕਿੰਡ ਵਨ ਇਜ਼ ਹੋਮੋਜੀਨੀਅਸ ਫੈਕਟਰ ਆਫ ਪ੍ਰੋਡਕਸ਼ਨ। ਹੋਮੋਜੀਨੀਅਸ ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਨੇ, ਇੱਕੋ ਜਿਹੇ ਹੁੰਦੇ ਨੇ, ਉਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ। ਓਕੇ, ਸੀ ਇਜ਼ ਇੰਪਲੋਇਰ ਅਟੈਂਪਟ ਟੂ ਮੈਕਸੀਮਾਈਜ਼ ਸੇਲ ਐਂਡ ਨੋਟ ਪ੍ਰੋਫਿਟ। ਇਹ ਗਲਤ ਹੈ ਜੀ। ਇੰਪਲੋਇਰ ਕੀ ਕਰਦਾ ਹੈ? ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਜਿਹੜਾ ਹੈਗਾ ਸਾਡਾ ਓਬਜੈਕਟਿਵ ਲੈ ਕੇ ਚੱਲਦਾ ਹੈ, ਸੇਲ ਮੈਕਸੀਮਾਈਜੇਸ਼ਨ ਦਾ ਨਹੀਂ ਹੁੰਦਾ। ਓਕੇ, ਕੁਛ ਮਾਡਲ ਆਪਾਂ ਸੇਲ ਮੈਕਸੀਮਾਈਜੇਸ਼ਨ ਦੇ ਕਰਦੇ ਹਾਂ ਲਾਈਕ ਬੋਮਲ ਐਂਡ ਆਲ, ਬਟ ਜਨਰਲੀ ਸਪੀਕਿੰਗ ਇਨ ਇਕਨੋਮਿਕਸ ਆਪਾਂ ਹਮੇਸ਼ਾ ਹੀ ਕਿਹੜੀ ਅਜ਼ੰਪਸ਼ਨ ਲੈ ਕੇ ਚੱਲਣੀ ਹੈ? ਪ੍ਰੋਫਿਟ ਮੈਕਸੀਮਾਈਜੇਸ਼ਨ ਦੀ। Then last option is no factor unit is prepared to work at less than market remuneration। ਅਗਰ ਤੁਸੀਂ ਮਾਰਕੀਟ ਪ੍ਰਾਈਸ ਤੋਂ ਘੱਟ ਕਿਸੇ ਨੂੰ ਦਓਗੇ ਤਨਖਾਹ ਜਾਂ ਸੈਲਰੀ, ਤਾਂ ਉਹ ਨਹੀਂ ਕੰਮ ਕਰੂਗਾ। ਓਕੇ, ਤਾਂ ਆਪਸ਼ਨ ਜਿਹੜਾ ਹੈਗਾ ਇਨਅਪਰੋਪਰੀਏਟ ਜਿਹੜਾ ਹੈਗਾ ਸਭ ਉਹ ਹੈ ਆਪਸ਼ਨ ਨੰਬਰ ਸੀ। ਤਾਂ ਸੀ ਜਿਹੜਾ ਹੈਗਾ ਸਾਡਾ ਇੱਥੇ ਰਾਈਟ ਆਨਸਰ ਹੋ ਜਾਊਗਾ। ਆਪਾਂ ਇੱਥੇ ਤੱਕ ਹੀ ਕਰਦੇ ਹਾਂ, ਬਾਕੀ ਨੈਕਸਟ ਕੁਐਸਚਨ ਜਿਹੜੇ ਹੈਗੇ ਉਹ ਨੈਕਸਟ ਵੀਡੀਓ ਦੇ ਵਿੱਚ ਮੈਂ ਸੋਲਵ ਕਰਦਾ। Thank you all for joining.